ਹਾਂਜੀ। ਤੇ ਦੂਜਾ ਨੁਸਖਾ ਜਿਹੜਾ ਹੈ ਇਹ ਵੀ ਹਕੀਮ ਅਬਦੁੱਲਾ ਸਾਹਿਬ ਦਾ ਹੈ ਔਰ ਇਹਨੂੰ ਹੀ ਮੈਂ ਕਮ ਅਜ਼ ਕਮ 10-11 ਸਾਲ ਤੋਂ ਬਣਾ ਰਿਹਾ ਤੇ ਇਹ ਮੇਰੀ ਮਤਲਬ ਦੀ ਜ਼ੀਨਤ ਹੈ। ਇਹ ਨੁਸਖਾ ਜਨਾਬ ਪੇਚਸਾਂ ਵਾਲਾ ਹੈ ਤੇ ਜਿਸ ਬੰਦੇ ਨੂੰ 2 ਸਾਲ 3 ਸਾਲ 4 ਸਾਲ ਭਾਵੇਂ 8 ਸਾਲ ਤੋਂ ਪੇਚਸ ਲੱਗੇ ਨੇ ਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ, ਉਸ ਬੰਦੇ ਨੂੰ ਜਨਾਬ ਸਿਰਫ 2 ਹੀ ਖੁਰਾਕਾਂ ਦੇਣੀਆਂ ਨੇ ਤੇ ਅੱਲਾ ਕਰਮ ਕਰੇਗਾ ਜੀ, 3 ਖੁਰਾਕਾਂ ਦੀ ਜ਼ਰੂਰਤ ਨਹੀਂ ਪਏਗੀ। ਤੇ ਨੁਸਖਾ ਕੁਝ ਇਸ ਤਰ੍ਹਾਂ ਹੈ ਜੀ। ਅਜਵੈਣ ਦੇਸੀ ਇਹ ਜਨਾਬ 2 ਹਿੱਸੇ ਲੈਣੀ ਹੈ ਤੇ ਕਲਵੰਜੀ ਤੁਸੀਂ 1 ਹਿੱਸਾ ਲੈਣੀ ਹੈ। ਬਸ ਇਹਨੂੰ ਤੁਸੀਂ ਹਸਬੇ ਜ਼ਰੂਰਤ ਲੈ ਕੇ ਸਫੂਫ ਬਣਾ ਲਓ ਤੇ ਸਫੂਫ ਬਣਾ ਕੇ ਜਨਾਬ ਇਹਨੂੰ ਰੱਖ ਲਓ। ਇਹਦੇ ਦੇਣ ਦਾ ਤਰੀਕਾ ਇਹ ਵੇ ਕਿ ਦਹੀਂ ਲੈ ਲੈਣੀ, ਅੱਛੀ ਹੋਵੇ, ਕੈਮੀਕਲ ਵਾਲੀ ਨਾ ਹੋਵੇ, ਖਾਲਿਸ ਦੁੱਧ ਦੀ ਦਹੀਂ ਹੋਵੇ ਤੇ ਦਹੀਂ ਦੇ ਅੰਦਰ ਇਸ ਦੀ 3 ਉਂਗਲੀਆਂ ਦੀ ਇੱਕ ਚੁਟਕੀ ਇਹ ਵੱਡੇ ਬੰਦੇ ਦੀ ਖੁਰਾਕ ਹੈ ਤੇ ਛੋਟੇ ਬੰਦਿਆਂ ਵਾਸਤੇ, ਬੱਚਿਆਂ ਵਾਸਤੇ ਤੁਸੀਂ ਇਹਨੂੰ ਕੰਮ ਕਰ ਲਓ ਤੇ ਇਹ ਦੇ ਦਿਓ ਜਨਾਬ। ਪਹਿਲੀ ਖੁਰਾਕ ਨਾਲ ਹੀ ਪੇਚਸ ਇਨਸ਼ਾਅੱਲਾ ਰੁਕ ਵੈਸਨ। ਹਾਂ, ਇਸ ਦੇ ਅੰਦਰ ਇੱਕ ਚੀਜ਼ ਦੀ ਸ਼ਰਤ ਹੈ, ਇਹ ਨੁਸਖਾ ਸਿਰਫ ਉਸ ਬੰਦੇ ਤੇ ਕੰਮ ਕਰੇਗਾ ਜਿਸ ਨੂੰ ਬੁਖਾਰ ਨਹੀਂ ਹੈ। ਅਗਰ ਕਿਸੇ ਬੰਦੇ ਨੂੰ ਬੁਖਾਰ ਹੈ ਤੇ ਪੇਚਸ ਹਨ ਤੇ ਇਹ ਬਿਲਕੁਲ ਕੰਮ ਨਹੀਂ ਕਰੇਗਾ। ਤੇ ਇਹ ਜਨਾਬ ਨੁਸਖਾ ਇਹ ਵੀ ਹਕੀਮ ਅਬਦੁੱਲਾ ਸਾਹਿਬ ਦਾ ਹੈ ਤੇ ਇਹ ਜਨਾਬ ਤੁਹਾਡੀ ਨਜ਼ਰ ਹੈ ਤੇ ਗਰੁੱਪ ਵਾਲਿਆਂ ਦੀ ਨਜ਼ਰ ਹੈ। ਇਹ ਬਣਾਓ ਤੇ ਇਹ ਬੰਦਾ ਨਾ ਚੀਜ਼ ਨੂੰ ਦੁਆਵਾਂ ਵਿੱਚ ਯਾਦ ਰੱਖੋ। ਤੇ ਨਾਲੇ ਇੱਕ ਹੋਰ ਗੱਲ ਹੈ, ਬਾਜ਼ ਲੋਗੀ ਬੜੇ ਨਾਜ਼ੁਕ ਮਿਜ਼ਾਜ ਹੁੰਦੇ ਨੇ ਤੇ ਇਹ ਨੁਸਖਾ ਜਿਹੜਾ ਜਦੋਂ ਦਹੀਂ ਦੇ ਅੰਦਰ ਸ਼ਾਮਿਲ ਕੀਤਾ ਜਾਂਦਾ ਹੈ ਇਹਦੀ ਬੜੀ ਬਦ ਜ਼ੈਕਾ ਬਣ ਜਾਂਦਾ ਹੈ। ਤੇ ਮੈਂ ਇਹੋ ਜਿਹੇ ਜਿਹੜੇ ਮਰੀਜ਼ ਹੁੰਦੇ ਨੇ ਬੜੇ ਨਾਜ਼ੁਕ ਮਿਜ਼ਾਜ ਹੁੰਦੇ ਨੇ ਉਹਨਾਂ ਨੂੰ ਮੈਂ ਕੈਪਸੂਲ ਵਿੱਚ ਬੰਦ ਕਰਕੇ ਉੱਤੋਂ ਦਹੀਂ ਪਿਲਾ ਦਿੰਦਾ ਤੇ ਅੱਲਾ ਕਰਮ ਕਰੇਂਦਾ ਜਨਾਬ। ਤੇ ਇੱਥੇ ਮੇਰੇ ਇਲਾਕੇ ਵਿੱਚ ਮੈਂ ਇਹ ਪੇਸ਼ੈਂਟ ਦੀ 2 ਪੁੜੀਆਂ ਅੱਲਾ ਹਕੀਮ ਤੋਂ ਮਸ਼ਹੂਰ ਕਿ ਮਹੱਲੇ ਦੇ ਜਿਤਨੇ ਵੀ ਲੋਕ ਹਨ ਉਹ ਆਉਂਦੇ ਨੇ, ਉਹ ਕਹਿੰਦੇ ਨੇ ਭਾਈ ਉਹ ਪੇਸ਼ਾ ਵਾਲੀਆਂ 2 ਪੁੜੀਆਂ ਦੇਈ